ਗੱਲ ਆਸਟ੍ਰੇਲੀਆ ਦੀ ਕਰਨ ਜਾ ਰਹੇ ਹਾਂ। ਬਹੁਤ ਸਾਰੇ ਸਵਾਲ ਨੇ ਲਗਾਤਾਰ ਸਟੂਡੈਂਟਸ ਸਾਡੇ ਕੋਲ। ਇੱਕ ਤਾਂ ਜੀਟੀ ਨੂੰ ਲੈ ਕੇ ਸਵਾਲ ਰਹਿੰਦੇ ਨੇ, ਪਰ ਹੁਣ ਜੋ ਹੈ ਰੀਜਨਲ ਏਰੀਆ ਵੱਲ ਅਸੀਂ ਐਡਮਿਸ਼ਨ ਲਈਏ ਤਾਂ ਕੀ ਸਾਡਾ ਵੀਜ਼ਾ ਚਾਂਸਸ ਵੱਧ ਜਾਂਦੇ ਨੇ, ਇਹ ਵੀ ਸਵਾਲ ਬਹੁਤ ਜ਼ਿਆਦਾ ਹੈ। ਤੇ ਰੀਜਨਲ ਏਰੀਆ ਦੀ ਜਦ ਗੱਲ ਕਰਦੇ ਹਾਂ ਤਾਂ ਕਿੱਥੇ ਸਟੂਡੈਂਟ ਐਡਮਿਸ਼ਨ ਲਵੇ, ਇਹ ਸਵਾਲ ਬਣ ਜਾਂਦਾ ਸਟੂਡੈਂਟਸ ਦਾ। ਸੋ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਨੂੰ ਏਰੀਆ ਵਾਈਜ਼ ਕੁਝ ਕਲੈਰਿਟੀ ਦੇ ਸਕੀਏ, ਕਿੱਥੇ ਤੁਸੀਂ ਅਪਲਾਈ ਕਰ ਸਕੋ, ਜਿੱਥੇ ਤੁਹਾਨੂੰ ਚਾਂਸਸ ਜ਼ਿਆਦਾ ਵਧੀਆ ਲੱਗਦੇ ਨੇ ਵੀਜ਼ਾ ਲੱਗਣ ਦੇ। ਇਸ ਲਈ ਅੱਜ ਦੀ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਹੈ ਤੁਹਾਡੇ ਸਾਰਿਆਂ ਲਈ। ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਹਰਜੋਤ ਕੌਰ ਤੇ ਅੱਜ ਆਸਟ੍ਰੇਲੀਆ ਨੂੰ ਲੈ ਕੇ ਖਾਸ ਪੁਆਇੰਟਸ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਨੇ ਫਰੰਟੀਅਰ ਇਮੀਗ੍ਰੇਸ਼ਨਸ ਤੋਂ ਅਬਰੋਡ ਐਜੂਕੇਸ਼ਨ ਐਡਵਾਈਜ਼ਰ ਕੀਰਤੀ ਜੈਨ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਕੀਰਤੀ, ਜ਼ਰੂਰ ਅੱਜ ਸਟੂਡੈਂਟਸ ਦੀ ਇਹ ਕਨਫਿਊਜ਼ਨ ਜਿਹੜੀ ਹੈ ਤੁਸੀਂ ਕਲੀਅਰ ਕਰੋ, ਜਿਹੜੀ ਇਹ ਦੁਚਿੱਤੀ ਵਿੱਚ ਸਟੂਡੈਂਟ ਨੇ ਕਿ ਅਸੀਂ ਕਿੱਥੇ ਅਪਲਾਈ ਕਰੀਏ। ਕੀ ਪਹਿਲਾਂ ਤਾਂ ਇਹ ਦੇਖੋ, ਆਪਾਂ ਵੀ ਪਹਿਲਾਂ ਵੀ ਕਈ ਵਾਰੀ ਇਸ ਟੌਪਿਕ ਤੇ ਗੱਲ ਕੀਤੀ ਹੈ ਕਿ ਕੀ ਏਰੀਆ ਦੇ ਅਕੋਰਡਿੰਗਲੀ ਵੀ ਵੀਜ਼ਾ ਚਾਂਸਸ ਦੇ ਉੱਪਰ ਫਰਕ ਪੈਂਦਾ ਹੈ। ਰੀਜਨਲ ਏਰੀਆ ਦੇ ਉੱਪਰ ਦੇ ਗੱਲ ਕਰੀਏ, ਕਿੰਨੇ ਕੁ ਜ਼ਿਆਦਾ ਚਾਂਸਸ ਬਣ ਜਾਂਦੇ ਨੇ ਸਟੂਡੈਂਟ ਲਈ। ਥੋੜੀ ਬਹੁਤੀ ਵੀਕ ਪ੍ਰੋਫਾਈਲ ਜਿਵੇਂ ਹੁੰਦੀ ਹੈ, ਕਿ ਉਸਨੂੰ ਵਾਕਈ ਅਗਰ ਉਹ ਰੀਜਨਲ ਏਰੀਆ ਵੱਲ ਅੱਗੇ ਵੱਧਦਾ ਤਾਂ ਉਸਦੇ ਚਾਂਸਸ ਥੋੜੇ ਜ਼ਿਆਦਾ ਬਣ ਜਾਂਦੇ ਨੇ ਵੀਜ਼ਾ ਲੱਗਣ ਦੇ। ਬਿਲਕੁਲ, ਹਰ ਫੈਕਟਰ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਜਦੋਂ ਅਸੀਂ ਵੀਜ਼ਾ ਦੀ ਗੱਲ ਕਰਦੇ ਹਾਂ। ਸੋ ਆਪਾਂ ਹਮੇਸ਼ਾ ਹੀ ਕਹਿੰਦੇ ਕਿ ਜਦੋਂ ਵੀ ਆਪਾਂ ਕਿਸੇ ਵੀ ਕੰਟਰੀ, ਸਪੈਸੀਫਿਕਲੀ ਜਦੋਂ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਕਿ ਬਹੁਤ ਸਾਰੀ ਚੀਜ਼ਾਂ ਤਾਂ ਆਪਾਂ ਨੂੰ ਧਿਆਨ ਰੱਖਣੀ ਹੀ ਪੈਂਦੀ ਹੈ, ਭਾਵੇਂ ਉਹ ਕੋਰਸ ਹੋਣ, ਡਿਊਰੇਸ਼ਨ ਹੋਣ, ਕਾਲਜ ਹੋਣ। ਬਟ ਯੈਸ, ਜੇ ਆਪਾਂ ਪ੍ਰੋਫਾਈਲ ਦੀ ਗੱਲ ਕਰਦੇ ਹਾਂ, ਹਰ ਸਟੂਡੈਂਟ ਸਕੋਲਰ ਨਹੀਂ ਹੁੰਦਾ। ਐਵਰੇਜ ਸਟੂਡੈਂਟ ਸਾਡੇ ਕੋਲ ਆਉਂਦੇ ਆ 60%, 65%। ਪੀਟੀ ਜਾਂ ਆਇਲ ਸਕੋਰ ਦੀ ਗੱਲ ਕਰਦੇ ਉਹ ਵੀ ਕਈਆਂ ਦਾ ਘੱਟ ਹੁੰਦਾ। ਫਾਈਨੈਂਸ਼ਲੀ ਲੋਕ ਬਹੁਤ ਵੀਕ ਹੁੰਦੇ ਆ। ਸੋ ਅਫਕੋਰਸ ਜਦੋਂ ਅਸੀਂ ਕਿਸੇ ਰੀਜਨਲ ਏਰੀਆ ਦੀ ਗੱਲ ਕਰਦੇ ਹਾਂ ਜਾਂ ਟੋਟਲੀ ਹੋਲ ਏਰੀਆ ਦੀ ਗੱਲ ਕਰਦੇ ਹਾਂ, ਸੋ ਏਰੀਆ ਵੀ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਜਦੋਂ ਆਪਾਂ ਵੀਜ਼ਾ ਦੀ ਗੱਲ ਕਰਦੇ ਹਾਂ। ਮੋਸਟਲੀ ਜਿਹੜਾ ਸਟੂਡੈਂਟ ਆਉਂਦਾ ਉਹਦੀ ਪ੍ਰੈਫਰੈਂਸ ਰਹਿੰਦੀ ਹੈ ਕਿ ਮੈਲਬਰਨ, ਐਡਲੇਡ, ਸਿਡਨੀ, ਬ੍ਰਿਸਬੇਨ ਆਪਾਂ ਇੱਥੇ ਕਰਨਾ ਹੈ। ਬਟ ਰੀਜਨਲ ਏਰੀਆ ਦੇ ਆਪਾਂ ਕਈ ਵਾਰੀ ਬੱਚੇ ਨੂੰ ਉਹਦੀ ਪ੍ਰੋਫਾਈਲ ਵੇਖ ਕੇ ਜਦੋਂ ਕਹਿੰਦੇ ਕਿ ਵੀਕ ਹੈ, ਬਟ ਯੈਸ ਆਪਾਂ ਕੁਝ ਫੈਕਟਰਸ ਹੈ ਜੇ ਉਹ ਚੇਂਜ ਕਰਦੇ ਡੈਫੀਨੇਟਲੀ ਵੀਜ਼ਾ ਲੈ ਸਕਦੇ। ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਏਰੀਆ ਆਉਂਦਾ ਤਸਮਾਨੀਆ। ਤਸਮਾਨੀਆ ਦੇ ਬਹੁਤ ਵੀਜ਼ੇ ਆਉਂਦੇ, ਬਟ ਬਹੁਤ ਸਟੂਡੈਂਟਸ ਹੈ ਜਿਹੜੇ ਡਿਨਾਈ ਕਰਦੇ, ਨਹੀਂ ਸਾਡੇ ਰਿਲੇਟਿਵਸ ਹੈ ਮੈਲਬਰਨ 'ਚ ਹੈ, ਅਸੀਂ ਉੱਥੇ ਜਾਣਾ ਹੈ, ਜਾਂ ਮੇਰੇ ਫਰੈਂਡਸ ਉੱਥੇ ਨੇ, ਸਾਨੂੰ ਇੰਪਲੋਇਮੈਂਟ ਓਪਰਚੁਨਿਟੀ ਉੱਥੇ ਜ਼ਿਆਦਾ ਵਧੀਆ ਮਿਲ ਜੂਗੀ, ਆਪਾਂ ਉੱਥੇ ਜਾਣਾ ਹੈ। ਸੋ ਕਈ ਵਾਰੀ ਅਸੀਂ ਮੇਨ ਜਿਹੜੇ ਵੀਜ਼ਾ ਜਿਨ ਫੈਕਟਰਸ 'ਤੇ ਆਪਾਂ ਨੂੰ ਮਿਲ ਸਕਦੇ ਉਹਨੂੰ ਧਿਆਨ ਨਾ ਰੱਖਦੇ ਹੋ, ਇਤਨਾ ਕੰਫਰਟ ਲੈਵਲ ਹੈ ਉਹ ਲੱਭਦੇ ਆ। ਬਟ ਜਦੋਂ ਸਾਡੇ ਹੱਥ ਵਿੱਚ ਵੀਜ਼ਾ ਨਹੀਂ ਆਉਣਾ, ਸੋ ਅਫਕੋਰਸ ਸਾਨੂੰ ਬਾਅਦ 'ਚ ਇਹ ਚੀਜ਼ਾਂ ਰਿਗਰੈਟ ਕਰਦੀਆਂ ਕਿ ਸ਼ਾਇਦ ਆਪਾਂ ਐਕਸਪਰਟ ਗਾਈਡੈਂਸ ਲੈ ਲੈਂਦੇ। ਸੋ ਤਸਮਾਨੀਆ ਇੱਕ ਬਹੁਤ ਮੇਜਰ ਏਰੀਆ ਹੈ ਜਿਹਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਜੇ ਆਪਾਂ ਕੁਝ ਗੱਲ ਕਰਦੇ ਹਾਂ, ਐਡਲੇਡ ਦੇ ਵੀਜ਼as ਵੀ ਬਹੁਤ ਜ਼ਿਆਦਾ ਆਉਂਦੇ ਨੇ। ਸੋ ਵੈਸੇ ਤਾਂ ਅਫਕੋਰਸ ਆਪਾਂ ਮੈਲਬਰਨ ਫਾਈਲ ਲਾ ਰਹੇ ਹਾਂ, ਸਿਡਨੀ ਲਾ ਰਹੇ ਹਾਂ, ਬ੍ਰਿਸਬੇਨ ਲਾ ਰਹੇ, ਵੀਜ਼ਾ ਉਹਨਾਂ ਦੇ ਵੀ ਆਉਂਦੇ ਆ। ਬਟ ਜੇ ਆਪਾਂ ਵੀਕ ਪ੍ਰੋਫਾਈਲਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡਾ ਮੇਜਰ ਏਰੀਆ ਜਿਹੜਾ ਮੈਂ ਰਿਕਮੈਂਡ ਕਰਦੀ ਹਾਂ ਤਸਮਾਨੀਆ ਕਰਦੀ ਹਾਂ। ਅਤੇ ਰੀਜਨਲ ਏਰੀਆ ਦੇ ਵੀਜ਼ਾ ਆਉਂਦੇ ਵੀ ਕੁਝ ਰੀਜ਼ਨਸ ਰਹਿੰਦੇ ਨੇ, ਕਿਉਂਕਿ ਜਦੋਂ ਆਪਾਂ ਹੋਲ ਕੰਟਰੀ ਦੀ ਗੱਲ ਕਰਦੇ ਹਾਂ, ਰੀਜਨਲ ਏਰੀਆਜ਼ ਹੋ ਗਏ, ਬਾਕੀ ਏਰੀਆ ਹੋ ਗਿਆ, ਹਰ ਕਿਸੇ ਦੀ ਪੋਪੂਲੇਸ਼ਨ ਹੈ ਉਹ ਸੇਮ ਨਹੀਂ ਹੈਗੀ ਹੈ। ਇੰਪਲੋਇਮੈਂਟ ਓਪਰਚੁਨਿਟੀ ਘੱਟਦੀ ਵੱਧਦੀ ਰਹਿੰਦੀ ਹੈ। ਸੋ ਅਫਕੋਰਸ ਜਦੋਂ ਆਪਾਂ ਸਟੂਡੈਂਟ ਦੀ ਗੱਲ ਕਰਦੇ ਹਾਂ ਅਤੇ ਜੇ ਗੱਲ ਕਰਦੇ ਹਾਂ ਕਿ ਗਵਰਨਮੈਂਟ ਪਰਟੀਕੂਲਰ ਇੱਕ ਏਰੀਆ ਨੂੰ ਵੀਜ਼ਾ ਕਿਉਂ ਦਿੰਦੀ ਹੈ, ਅਤੇ ਉਹਦਾ ਕਿਤੇ ਨਾ ਕਿਤੇ ਰੀਜ਼ਨ ਰਹਿੰਦਾ ਕਿ ਉੱਥੇ ਉਹ ਇੱਕ ਤਰ੍ਹਾਂ ਦੀ ਪੋਪੂਲੇਸ਼ਨ ਵਧਾਉਣਾ ਚਾਹੁੰਦੀ ਹੈ, ਇਕੋਨਮੀ ਵਧਾਉਣਾ ਚਾਹੁੰਦੀ ਹੈ। ਇਕੋਨਮੀ ਦਾ ਮਤਲਬ ਇਹ ਹੈ ਕਿ ਜਦੋਂ ਅਫਕੋਰਸ ਜਦੋਂ ਸਾਡਾ ਸਟੂਡੈਂਟ ਇੱਥੋਂ ਜਾਂਦਾ ਹੈ, ਉਹ ਟਿਊਸ਼ਨ ਫੀਸ ਪੇ ਕਰਦਾ ਹੈ, ਆਪਣਾ ਖਰਚਾ ਕਰਦਾ ਉਹਦੇ 'ਤੇ, ਅਤੇ ਉਹਦੀ ਕੰਟਰੀ ਨੂੰ ਇੱਕ ਇਨਕਮ ਹੈ ਜਿਹੜੀ ਰਿਸੀਵ ਹੋ ਰਹੀ ਹੈ। ਸੋ ਜਦੋਂ ਪਰਟੀਕੂਲਰ ਏਰੀਆ ਦੇ ਆਪਾਂ ਇਨਕਮ ਵਧਾਉਣ ਦੀ ਗੱਲ ਕਰਦੇ ਹਾਂ, ਸੋ ਅਫਕੋਰਸ ਉਹਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਵੱਧ ਜਾਂਦਾ ਹੈ। ਅਤੇ ਆਪਾਂ ਜਿਹਨੂੰ ਸਮਝ ਨਹੀਂ ਆਉਂਦੀ ਕਿ ਰੀਜਨਲ ਏਰੀਆ ਕੀ ਹੁੰਦਾ ਜਾਂ ਪਰਟੀਕੂਲਰ ਪ੍ਰੋਵਿੰਸ ਕੀ ਹੈ, ਅਤੇ ਤੁਸੀਂ ਸ਼ਾਰਟਕਟ 'ਚ ਇਹ ਗੱਲ ਕਰ ਸਕਦੇ ਹੋ, ਜਦੋਂ ਕੋਈ ਵੀ ਕੰਟਰੀ ਦਾ ਪਾਰਟ ਜਿਹਦੀ ਇਕੋਨਮੀ ਵੀਕ ਹੈ ਉਹਨੂੰ ਵਧਾਉਣ ਲਈ ਗਵਰਨਮੈਂਟ ਅਫਕੋਰਸ ਤੁਹਾਨੂੰ ਵੀਜ਼ਾ ਦੇਗੀ ਤਾਂ ਕਿ ਉਹਨਾਂ ਦੀ ਸਟੇਬਿਲਿਟੀ ਬਣੇ ਰਹੇ, ਅਤੇ ਨਾਲੇ ਤੁਹਾਡਾ ਜਿਹੜਾ ਮੇਨ ਮਕਸਦ ਹੈ ਕਿ ਆਪਾਂ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੈ, ਅਤੇ ਇਸ ਪ੍ਰਕਾਰ ਤੁਸੀਂ ਆਪਣਾ ਜਿਹੜਾ ਵੀਜ਼ਾ ਉਹ ਲੈ ਸਕਦੇ ਹੋ। ਸੋ ਕੀਰਤੀ, ਕੁਝ ਸਾਡੇ ਕੋਲ ਸਟੂਡੈਂਟਸ ਦੇ ਸਵਾਲ ਇਹ ਵੀ ਆਏ ਨੇ ਕਿ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਅਪਲਾਈ ਕੀਤੇ ਹੋਏ, ਪ੍ਰੋਸੈਸ ਸ਼ੁਰੂ ਹੋਏ, ਪਰ ਜੀਟੀ ਕਲੀਅਰ ਹੋਣ 'ਚ ਉਹਨਾਂ ਦਾ ਬਹੁਤ ਟਾਈਮ ਲੱਗ ਰਿਹਾ, ਹਲੇ ਵੀ ਡਿਲੇ ਹੀ ਚੱਲ ਰਹੀ ਹੈ। ਮੈਂ ਜ਼ਰੂਰ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ ਆਖਿਰ ਉਹ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਹੁੰਦੀਆਂ ਨੇ ਜਿਨ੍ਹਾਂ ਨੂੰ ਜੀਟੀ ਡਿਲੇ ਫੇਸ ਕਰਨੀ ਪੈਂਦੀ। ਬਿਲਕੁਲ, ਅਸੀਂ ਲਾਸਟ 2 ਵੀਕਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪ੍ਰੋਸੈਸ ਬਹੁਤ ਹੀ ਫਾਸਟ ਹੋ ਗਿਆ ਸੀਗਾ। ਜੀਟੀ ਵੀ ਬਹੁਤ ਛੇਤੀ ਕਲੀਅਰ ਹੋ ਰਹੀ ਸੀ, ਅਤੇ ਨਾਲੇ ਰਿਜ਼ਲਟਸ ਵੀ ਬਹੁਤ ਵਧੀਆ ਆ ਰਹੇ ਸੀਗੇ। ਬਟ ਅਗੇਨ ਜੀਟੀ ਦਾ ਨੋ ਡਾਊਟ ਪ੍ਰੋਸੈਸ ਫਿਰ ਤੋਂ ਲੇਟ ਹੋ ਚੁੱਕਿਆ, ਕਿਉਂਕਿ ਆਪਣੇ ਕੋਲ ਇਹ ਇਨਟੇਕ ਲਾਸਟ ਇਨਟੇਕ ਹੈ। 22 ਪਾਸ ਆਊਟ ਸਟੂਡੈਂਟ ਨੇ ਦੁਬਾਰਾ ਕੰਪੀਟੀਸ਼ਨ ਦੇ ਵਿੱਚ ਨਹੀਂ ਆਉਣਾ ਹੈ। ਸੋ ਆਪਾਂ ਕਹਿ ਸਕਦੇ ਰਸ਼ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਜਿਹੜੇ ਬੱਚੇ ਹਜੇ ਵੀ ਸੁੱਤੇ ਹੋਏ ਸੀਗੇ ਉਹ ਕਿਤੇ ਨਾ ਕਿਤੇ ਜਾਗੇ ਕਿ ਸਾਡਾ ਜੇ ਇਨਟੇਕ ਨਿਕਲ ਗਿਆ ਗ੍ਰੈਜੂਏਸ਼ਨ ਤੋਂ ਬਾਅਦ ਹੀ ਹੁਣ ਸਾਡੇ ਕੋਲ ਚਾਂਸ ਹੋਊਗਾ। ਅਤੇ ਪਹਿਲੀ ਗੱਲ ਤਾਂ ਸਭ ਤੋਂ ਵੱਡਾ ਰੀਜ਼ਨ ਆਹੀ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ।
ਕਈ ਬੱਚੇ ਬਹੁਤ ਵਰੀਡ ਹੈ ਕਿਉਂਕਿ ਸਾਡੇ ਕੋਲ ਲਾਸਟ ਇਨਟੇਕ ਹੈ। ਬਟ ਇਸ ਤੋਂ ਇਲਾਵਾ ਵੀ ਜੇ ਆਪਾਂ ਗੱਲ ਕਰਦੇ ਹਾਂ ਓਵਰਆਲ ਪ੍ਰੋਸੈਸ ਦੀ, ਐਮਬੈਸੀ ਵੱਲੋਂ ਵੀ ਜਿਹੜੇ ਰਿਜ਼ਲਟਸ ਉਹ ਡਿਲੇ ਹੋ ਰਹੇ ਨੇ, ਤੇ ਜਿਹੜੇ ਬੱਚੇ ਆਲਰੇਡੀ ਸੀਟ ਸਿਕਿਉਰ ਕਰ ਚੁੱਕੇ ਹਨ ਤੇ ਡਿਸੀਜਨ ਤੇ ਨਹੀਂ ਪਹੁੰਚੇ, ਤੇ ਉਹਨਾਂ ਦੇ ਸੀਟਸ ਕਿਤੇ ਨਾ ਕਿਤੇ ਆਕਿਊਪਾਈਡ ਹੈ, ਕਿਉਂਕਿ ਕੱਲ ਐਮਬੈਸੀ ਵੱਲੋਂ ਜਦੋਂ ਡਿਸੀਜਨ ਆਊਗਾ ਤਾਂ ਪਤਾ ਲੱਗੂਗਾ ਕਿ ਉਹ ਐਕਚੁਅਲ 'ਚ ਜਿਹੜੀ ਸੀਟ ਹੈ ਉਹ ਰਿਜ਼ਰਵ ਰਹਿੰਦੀ ਹੈ ਜਾਂ ਖਾਲੀ ਹੋਗੀ। ਸੋ ਆਫਕੋਰਸ ਜੀਟੀ ਦਾ ਪ੍ਰੋਸੈਸ ਵੀ ਸੇਮ ਚੱਲਦਾ ਹੈ, ਜਦੋਂ ਸਾਡੇ ਕੋਲ ਆਫਰ ਲੈਟਰ ਆ ਜਾਂਦਾ ਹੈ ਬਟ ਸਾਡੀ ਜੀਟੀ ਕਲੀਅਰ ਹੋਣ ਤੇ ਫੀਸ ਪੇ ਕਰਕੇ ਸਾਡੀ ਜਿਹੜੀ ਐਕਚੁਅਲ 'ਚ ਸੀਟ ਹੈ ਉਹ ਸਿਕਿਉਰ ਹੁੰਦੀ ਹੈ। ਸੋ ਇਹ ਬਹੁਤ ਵੱਡਾ ਰੀਜ਼ਨ ਹੈ ਕਿ ਅੱਗੇ ਰਿਜ਼ਲਟਸ ਨਹੀਂ ਆ ਰਹੇ ਹੈ, ਤੇ ਨਾਲੇ ਜਿਹੜਾ ਪ੍ਰੋਸੈਸ ਹੈ ਉਹ ਸਲੋ ਇਹਨਾਂ ਕਰਕੇ ਹੀ ਹੈ ਕਿਉਂਕਿ ਸੀਟਸ ਦਾ ਜਿਹੜਾ ਉਹ ਕੰਫਰਮੇਸ਼ਨ ਨਹੀਂ ਚੱਲ ਰਿਹਾ। ਤੇ ਨਾਲੇ ਜੀਟੀ ਦੇ ਪ੍ਰੋਸੈਸ ਦੀ ਗੱਲ ਕਰਦੇ ਹਾਂ ਆਪਾਂ ਇਸ ਪੁਆਇੰਟ ਤੋਂ ਹਟ ਕੇ, ਤੇ ਉਹਦੇ ਵਿੱਚ ਬਹੁਤ ਸਾਰੇ ਰੀਜ਼ਨਸ ਇਹ ਵੀ ਹੈਗੇ ਆ ਕਿਉਂਕਿ ਸਟੂਡੈਂਟ ਜਿਹੜੇ ਹੈ ਉਹ ਆਪਣੇ ਬੈਕਅਪ ਪਲਾਨ ਲਈ ਇੱਕ ਟਾਈਮ ਤੇ ਬਹੁਤ ਜ਼ਿਆਦਾ ਐਪਲੀਕੇਸ਼ਨਸ ਜਿਹੜੀਆਂ ਅਪਲਾਈ ਰੱਖਦੇ ਹੈ, ਤੇ ਉਸ ਕਰਕੇ ਵੀ ਯੂਨੀਵਰਸਿਟੀਜ਼ ਕਾਲਜਿਸ ਕੋਲ ਰਸ਼ ਜਿੱਥੇ 10% ਹੋਣਾ ਚਾਹੀਦਾ ਉੱਥੇ 50% ਹੈਗਾ ਹੈ। ਸੋ ਆਫਕੋਰਸ ਇਹਨਾਂ ਕਰਕੇ ਤੁਹਾਡਾ ਜਿਹੜਾ ਜੀਟੀ ਦਾ ਪ੍ਰੋਸੈਸ ਹੈ ਡਿਲੇ ਹੋ ਰਿਹਾ ਹੈ। ਬਟ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਦੁਬਾਰਾ ਤੋਂ ਆਸਟ੍ਰੇਲੀਅਨ ਇਮੀਗ੍ਰੇਸ਼ਨ ਰਿਜ਼ਲਟਸ ਵਧੀਆ ਦੇਣੇ ਸ਼ੁਰੂ ਕਰ ਦਿੱਤੇ ਹੈ। ਜਿੰਨੀ ਛੇਤੀ ਉਹਨਾਂ ਦੇ ਰਿਜ਼ਲਟਸ ਆਣੇ ਹੈ ਤੇ ਵਧੀਆ ਰਿਜ਼ਲਟਸ ਆ ਰਹੇ ਨੇ, ਤੇ ਉਨੀ ਛੇਤੀ ਜਿਹੜੇ ਨੈਕਸਟ ਬੱਚਾ ਬੈਚ ਵਿੱਚ ਜਾਣਾ ਚਾਹੁੰਦਾ ਹੈ ਕਿ ਉਹਨਾਂ ਲਈ ਜਿਹੜਾ ਸੀਟਸ ਹੈ ਉਹ ਖਤਮ ਹੋ ਜਾਣੀਆਂ। ਸੋ ਆਫਕੋਰਸ ਜਿਹੜੀ ਜੀਟੀ ਦਾ ਪ੍ਰੋਸੈਸ ਹੈ ਉਹ ਉਨੀ ਛੇਤੀ ਕਵਰ ਅਪ ਹੋ ਕੇ ਤੁਹਾਡਾ ਜਿਹੜਾ ਪ੍ਰੋਸੈਸ ਉਹ ਸਪੀਡ ਅਪ ਹੋ ਜਾਣਾ। ਠੀਕ ਹੈ, ਲਾਸਟ ਵਿੱਚ ਮੈਂ ਛੋਟਾ ਜਿਹਾ ਅਪਡੇਟ ਜ਼ਰੂਰ ਇਨਟੇਕਸ ਦੇ ਬਾਰੇ ਲੈਣਾ ਚਾਹੂੰਗੀ। ਕਿਹੜੇ ਇਨਟੇਕ ਲਈ ਹੁਣ ਸਟੂਡੈਂਟ ਅਪਲਾਈ ਕਰ ਸਕਦਾ ਹੈ? ਇਸ ਟਾਈਮ ਫੈਬਰੀ ਇਨਟੇਕ ਹੈ ਜਿਹੜਾ ਓਪਨ ਆਲਰੇਡੀ ਹੋ ਚੁੱਕਿਆ ਹੈ, ਬਟ ਯੈਸ ਜਿਨ੍ਹਾਂ ਸਟੂਡੈਂਟਸ ਨੇ ਨਵੰਬਰ ਲਈ ਅਪਲਾਈ ਕੀਤਾ ਸੀਗਾ ਤੇ ਨਾਲੇ ਜੀਟੀ ਉਹਨਾਂ ਦੀ ਪ੍ਰੋਸੈਸ ਦੇ ਵਿੱਚ ਹੈ, ਉਹਨਾਂ ਬੱਚਿਆਂ ਨੂੰ ਜਿਹੜੀ ਯੂਨੀਵਰਸਿਟੀਜ਼ ਹੈ ਉਹ ਐਕਸਟੈਂਸ਼ਨ ਦੇ ਰਹੀ ਹੈ, ਤੇ ਉਹ ਐਕਸਟੈਂਸ਼ਨ ਨਵੰਬਰ ਤੋਂ ਲੈ ਕੇ ਦਸੰਬਰ ਤੱਕ ਹੀ ਅਵੇਲੇਬਲ ਹੈ। ਓਕੇ, ਠੀਕ ਹੈ, ਤੇ ਬਹੁਤ ਬਹੁਤ ਥੈਂਕਸ ਕੀਤੀ ਹੈ, ਸਾਰੀ ਜਾਣਕਾਰੀ ਤੁਸੀਂ ਸਟੂਡੈਂਟਸ ਨਾਲ ਸ਼ੇਅਰ ਕੀਤੀ ਹੈ। ਸਟੂਡੈਂਟਸ ਨੂੰ ਫਿਰ ਵੀ ਕਹਿਣਾ ਚਾਹਾਂਗੇ, ਤੁਹਾਡਾ ਕੋਈ ਡਾਊਟ ਹੈ, ਕੋਈ ਸਵਾਲ ਹੈ ਤਾਂ ਸਕਰੀਨ ਤੇ ਜਿਹੜਾ ਨੰਬਰ ਡਿਸਪਲੇ ਹੈ ਤੁਸੀਂ ਇਸ ਦੇ ਉੱਪਰ ਕਾਲ ਕਰੋ, ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ। ਅੱਗੋਂ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ। ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ। ਥੈਂਕ ਯੂ।